ਜਿਹੜੇ ਤਾਂ ਕੌਡੀਆਂ ਦੇ ਹੋਣ ਵਪਾਰੀ, ਜੀ ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੋਟੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਸਾਰ ਜਾਣਦੇ। ਜਿਹੜੇ ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਦੇ ਹੋਣ ਵਪਾਰੀ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਖਰੀਦਣ ਵਾਲੇ, ਲਾਲਾਂ ਦੀ ਨਾ ਸਾਰ ਜਾਣਦੇ। ਖਰੀਦਣ ਵਾਲੇ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਖਰੀਦਣ ਵਾਲੇ, ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਖਰੀਦਣ ਵਾਲੇ, ਲਾਲਾਂ ਦੀ ਨਾ ਸਾਰ ਜਾਣਦੇ। ਮਾਨਸ ਜਨਮ ਦੁਰਲਭ ਹੋਏ ਨਾ ਬਾਰੰਬਾਰ। ਜੋਬਨ ਫਲ ਪੱਕੇ ਪਏਂਗੇ ਰੇ, ਬਾਹਰ ਨਾ ਲਾਗੇ ਡਾਰ। ਪਰਮ ਸਤਿਕਾਰਯੋਗ ਗੁਰੂਆਂ ਕੀ ਸੱਜੀ ਤੇ ਨਵਾਜੀ ਹੋਈ ਸਾਧ ਸੰਗਤ ਜੀ, ਗੁਰੂ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਜਾਗਰਤਾ ਦੀਆਂ ਦਾਤਾਂ ਦਿੱਤੀਆਂ ਵਡਭਾਗੀ ਰੂਹਾਂ ਨੂੰ, ਵਡਭਾਗੀ ਸੰਗਤਾਂ ਨੂੰ। ਆਪਣੇ ਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਦਰਸ਼ਨ ਕਰਨ ਵਾਸਤੇ ਤੇ ਅੰਮ੍ਰਿਤ ਵੇਲੇ ਦਾ ਸਮਾਂ ਸਫਲਾ ਕਰਨ ਵਾਸਤੇ। ਸਮਾਂ ਤਾਂ ਲੰਘ ਰਿਹਾ ਹੈ, ਇੱਕ ਤਾਂ ਉਹ ਅਜਾਈ ਲੰਘ ਰਿਹਾ ਹੁੰਦਾ ਹੈ, ਇੱਕ ਸਫਲਾ ਹੁੰਦਾ ਹੈ। 24 ਘੰਟਿਆਂ ਦੇ 24,000 ਸਵਾਸ, 1 ਘੰਟੇ ਦਾ 1,000 ਸਵਾਸ, ਅੱਧੇ ਘੰਟੇ ਦਾ 500 ਸਵਾਸ। ਭਗਤ ਕਬੀਰ ਜੀ ਨੇ ਬਹੁਤਾ ਹੀ ਸੌਖਾ ਕਰਤਾ। ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤ ਨਾ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ ਜਿਹੜੀ ਹੈ 24 ਮਿੰਟਾਂ ਦੀ ਹੈ। ਭਗਤ ਕਬੀਰ ਜੀ ਕਹਿੰਦੇ ਇੱਕ ਘੜੀ ਆ ਜਾ ਪਰਮਾਤਮਾ ਦੇ ਚਰਨਾਂ ਵਿੱਚ ਨਾਮ ਜਪ ਬੈਠ ਕੇ 24 ਮਿੰਟ।
ਫਿਰ ਉਦਵੱਦੀ ਕਹਿਤਾ ਆਦਿ ਹੂੰ ਤੇ ਆਦ 24 ਦਾ ਅੱਧ 12, 12 ਦਾ ਅੱਧ 6, 6 ਦਾ ਅੱਧ 3 ਤੇ 3 ਦਾ ਅੱਧ 1.5 ਹੀ ਰਹਿ ਗਿਆ ਪਿੱਛੇ। ਭਗਤ ਕਬੀਰ ਜੀ ਕਹਿੰਦੇ ਇੰਨਾ ਕੁ ਸਮਾਂ ਜੇ ਤੂੰ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਨਾਮ ਜਪੇਂਗਾ ਨਾ ਤੇ ਉਹ ਤੇਰੇ ਵਾਸਤੇ ਚੰਗਾ ਹੈ, ਤੇਰਾ ਸਫਲਾ ਹੈ ਸਮਾਂ। ਰੱਬ ਦਾ ਨਾਮ ਜਪਦਿਆਂ ਸਵਾਸ ਨਿਕਲ ਜਾਣ ਉਹ ਸਫਲੇ ਹੈ, ਸੇਵਾ ਕਰਦਿਆਂ ਸਵਾਸ ਨਿਕਲ ਜਾਣ ਉਹ ਸਫਲੇ ਹੈ, ਨਿੰਦਿਆ ਕਰਦਿਆਂ ਸਵਾਸ ਨਿਕਲ ਜਾਣ ਉਹ ਲੇਖੇ ਵਿੱਚ ਨਹੀਂ ਹੈ, ਕਿਸੇ ਦੀ ਈਰਖਾ ਕਰਦਿਆਂ, ਕਿਸੇ ਦਾ ਮਾੜਾ ਸੋਚਦਿਆਂ। ਅੱਜ ਦਾ ਮਨੁੱਖ ਇਹ ਬਹੁਤ ਹੈ, ਚੰਗਾ ਬੜਾ ਘੱਟ ਸੋਚ ਕੇ ਮਾੜਾ ਬਹੁਤਾ ਸੋਚ ਕੇ ਖੁਸ਼ ਹੁੰਦਾ ਹੈ। ਜੇ ਕਿਸੇ ਦਾ ਮਾੜਾ ਹੋ ਗਿਆ ਨਾ ਫਿਰ ਮਨੁੱਖ ਸੋਚਦਾ ਬਹੁਤਾ ਵਧੀਆ ਹੋਇਆ, ਇਹ ਬੰਦਾ ਇਉਂ ਕਰਦਾ ਹੁੰਦਾ ਸੀ। ਪਰ ਮਹਾਰਾਜ ਜੀ ਕਹਿਣ ਲੱਗੇ ਇਹ ਬੇੜੀ ਸਮੁੰਦਰ ਦੇ ਵਿੱਚ ਹੈ ਜੇ। ਜਿਵੇਂ ਪਿੱਛੇ ਵੀ ਅਰਜ਼ ਕਰਕੇ ਹਟਿਆ, ਮਹਾਤਮਾ ਡੇਰੇ ਵਿੱਚ ਬੈਠੇ ਨੇ, ਬੇਸਬਾ ਕੋਲ ਦੀ ਜਾਂਦੀ ਹੈ, ਕੁੱਤਾ ਹੱਥ ਵਿੱਚ ਫੜਿਆ ਹੋਇਆ, ਪੁੱਛਦੀ ਹੈ ਬਾਬਾ ਦੱਸ ਤੇਰੀ ਦਾੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ? ਬਾਬਾ ਕਹਿਣ ਲੱਗਿਆ ਕੱਲ੍ਹ ਨੂੰ ਦੱਸੂਗਾ, ਆਉਣ ਵਾਲੇ ਸਮੇਂ ਵਿੱਚ ਦੱਸੂ, ਹਜੇ ਨਹੀਂ ਦੱਸਦਾ। ਅਗਲਾ ਦਿਨ ਫੇਰ ਇਸੇ ਤਰ੍ਹਾਂ ਰੋਜ਼ ਸਵਾਲ ਕਰਨਾ, ਰੋਜ਼ ਕਰਨਾ। ਇੱਕ ਦਿਨ ਸੰਤਾਂ ਨੂੰ ਪਤਾ ਲੱਗਿਆ ਹੁਣ ਅਸੀਂ ਜਿਹੜਾ ਸਾਡਾ ਨਜ਼ਦੀਕ ਸਮਾਂ ਹੁਣ ਅਸੀਂ ਚਲੇ ਜਾਣਾ ਹੈ। ਬੁਲਾਓ ਬੇਸਵਾ ਨੂੰ ਬੁਲਾ ਲਿਆ, ਹਾਂ ਕਰ ਸਵਾਲ ਉਹੀ ਲਿਆ, ਨਾਲੇ ਕੁੱਤਾ ਤੇਰਾ ਕਿੱਥੇ ਹੈ? ਲਿਆ ਕੇ ਸਵਾਲ ਕਰਿਆ ਬਾਬਾ ਦੱਸ ਤੇਰੀ ਦਾੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ? ਬਾਬਾ ਨੇ ਆਪਣੀ ਦਾੜੀ ਉੱਤੇ ਹੱਥ ਲਾ ਕੇ ਆਖਿਆ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਦੇ ਨਾਲੋਂ 1000 ਗੁਣਾ ਚੰਗੀ ਹੈ। ਇਹ ਗੱਲ ਮੈਨੂੰ ਪਹਿਲਾਂ ਹੀ ਕਹਿ ਦਿੰਦਾ। ਤੇ ਮਹਾਂਪੁਰਖਾਂ ਨੇ ਕਿਹਾ ਬਈ ਮੇਰਾ ਬੇੜਾ ਹਜੇ ਸਮੁੰਦਰ ਦੇ ਵਿੱਚ ਸੀ, ਮੈਨੂੰ ਪਤਾ ਨਹੀਂ ਸੀ ਵੀ ਕਿਤੇ ਡੋਲ ਨਾ ਜਾਵੇ ਬੇੜਾ। ਜੇ ਬੇੜਾ ਡੋਲ ਗਿਆ, ਡਿੱਗ ਪਿਆ, ਉਲਟ ਗਿਆ, ਮੈਂ ਮਰ ਜੂੰਗਾ। ਹੁਣ ਮੈਨੂੰ ਪਤਾ ਮੇਰਾ ਬੇੜਾ ਜਿਹੜਾ ਸਮੁੰਦਰ ਦੇ ਕਿਨਾਰੇ ਲੱਗ ਗਿਆ, ਤੇਰੇ ਕੁੱਤੇ ਦੀ ਪੂਛ ਨਾਲੋਂ 1000 ਗੁਣਾ ਮੇਰੀ ਦਾੜੀ ਚੰਗੀ ਹੈ। ਅੱਜ ਮੈਂ ਬੇਦਾਗ ਜਾ ਰਿਹਾ ਹਾਂ। ਤੇ ਭਗਤ ਕਬੀਰ ਜੀ ਮਹਾਰਾਜ ਜੀ ਕਹਿਣ ਲੱਗੇ ਐ ਮਨੁੱਖ ਬੇਦਾਗ ਬਣਨ ਵਾਸਤੇ ਤੈਨੂੰ ਪਹਿਲਾਂ 1.5 ਮਿੰਟ ਲਾ ਲਾ, ਫਿਰ 3 ਲਾ ਲਾ, ਫਿਰ 6 ਲਾ ਲਾ, ਫਿਰ 12 ਮਿੰਟ ਲਾ ਲਾ, ਫਿਰ 24 ਲਾ ਲਾ, ਫਿਰ ਕਿੰਨਾ ਕੁ ਸਮਾਂ ਵੱਧਦਾ ਗਿਆ। ਭਗਤ ਕਬੀਰ ਜੀ ਕਹਿੰਦੇ ਇੰਨਾ ਕੁ ਸਮਾਂ ਬੈਠ ਕੇ ਕਿਤੇ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਵੇ, ਉਮਰ ਉਹਾਂ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਭਗਤ ਕਬੀਰ ਜੀ ਕਹਿੰਦੇ ਇੰਨਾ ਕੁ ਚਿਰ ਜਪ ਕੇ ਦੇਖ, ਕਿੰਨਾ ਕੁ ਬੜਾ ਸੁਖੈਨ ਢੰਗ ਦੱਸਦੇ ਨੇ ਗੁਰਬਾਣੀ ਵਿੱਚ ਭਗਤ ਕਬੀਰ ਜੀ ਮਹਾਰਾਜ। ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਵੇਖ, ਫਿਰ ਤੈਨੂੰ ਆਨੰਦ ਪ੍ਰਾਪਤ ਹੋ ਜਾਊਗਾ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਤੂੰ ਧਿਆਨ ਜੋੜ ਲਿਆ, ਇਸ ਤਰ੍ਹਾਂ ਜੁੜ ਗਿਆ ਧਿਆਨ, ਪਤਾ ਲੱਗਿਆ ਵੀ ਹੁਣ ਮੈਂ 1 ਘੰਟਾ 'ਚ ਜਪ ਲਿਆ, ਇਹ ਸਮਝ ਲਈ 1000 ਸਵਾਸ ਤੇਰਾ ਸਫਲਾ ਹੋ ਗਿਆ। ਜੇ ਅੱਧਾ ਘੰਟਾ ਬੈਠ ਗਿਆ ਤਾਂ 5000 ਜਿਹੜਾ ਉਹ ਨਾ 500 ਸਵਾਸ ਵਾਹਿਗੁਰੂ ਜੀ ਤੇਰਾ ਉਹ ਸਫਲਾ ਹੋ ਗਿਆ। ਇਸ ਤਰ੍ਹਾਂ ਤੂੰ ਫਿਰ ਟਾਈਮ ਆਪੇ ਹੀ, ਦੱਸਣ ਦੀ ਲੋੜ ਨਾ ਪਵੇ, ਤੂੰ ਆਪੇ ਹੀ ਹਿਸਾਬ ਕਿਤਾਬ ਲਾਉਂਦਾ ਜਾਏ ਵੀ ਅੱਜ ਮੈਂ ਨਾ ਕਿੰਨਾ ਕੁ ਚਿਰ ਬੈਠਾ ਸੀ। ਫਿਰ ਭਗਤ ਕਬੀਰ ਜੀ ਮਹਾਰਾਜ ਕਹਿਣਗੇ 1 ਘੜੀ ਨਾਲੋਂ ਅੱਧੀ ਘੜੀ ਚੰਗੀ ਐ, ਸਤ ਸੰਗ ਆ ਜਾ ਚੱਲ ਕੇ। 1 ਘੜੀ ਨਾਲੋਂ ਅੱਧੀ ਘੜੀ ਚੰਗੀ ਐ, ਸਤ ਸੰਗ ਆ ਜਾ ਚੱਲ ਕੇ। ਨਾਲੋਂ ਅੱਧੀ ਘੜੀ ਚੰਗੀ ਐ, ਆ ਜਾ ਚੱਲ ਕੇ। 1 ਘੜੀ ਨਾਲੋਂ ਅੱਧੀ ਘੜੀ ਚੰਗੀ ਐ, ਸਤ ਸੰਗ ਆ ਜਾ ਚੱਲ ਕੇ। 1 ਘੜੀ ਨਾਲੋਂ ਅੱਧੀ
ਘੜੀ ਚੰਗੀ ਐ। ਸਤ ਸੰਗ ਆਜਾ ਚੱਲ ਕੇ ਇੱਕ ਘੜੀ ਨਾਲੋਂ ਅੱਧੀ ਘੜੀ ਚੰਗੀ ਐ। ਸਤ ਸੰਗ ਆਜਾ ਚੱਲ ਕੇ ਜੀ ਇੱਕ ਘੜੀ ਨਾਲੋਂ ਅੱਧੀ ਘੜੀ ਚੰਗੀ ਐ। ਸਤ ਸੰਗ ਆਜਾ ਪਿਆਰਿਆ ਇੱਕ ਘੜੀ ਨਾਲੋਂ ਅੱਧੀ ਘੜੀ ਚੰਗੀ ਐ। ਸਤ ਸੰਗ ਆਜਾ ਪਿਆਰਿਆ ਨਾਲੋਂ ਅੱਧੀ ਘੜੀ ਚੰਗੀ ਐ। ਸਤ ਸੰਗ ਆਜਾ ਪਿਆਰਿਆ ਇੱਕ ਘੜੀ ਨਾਲੋਂ ਅੱਧੀ ਘੜੀ ਚੰਗੀ ਐ। ਸਤ ਸੰਗ ਆਜਾ ਪਿਆਰਿਆ ਇੱਕ ਘੜੀ ਨਾਲੋਂ ਅੱਧੀ ਘੜੀ ਚੰਗੀ ਐ। ਸਤ ਸੰਗ ਆਜਾ ਪਿਆਰਿਆ ਇੱਕ ਘੜੀ ਨਾਲੋਂ ਅੱਧੀ ਘੜੀ ਚੰਗੀ ਐ। ਸਤ ਸੰਗ ਆਜਾ ਪਿਆਰਿਆ ਇੱਕ ਘੜੀ ਅੱਧੀ ਘੜੀ। ਹੁਣ ਭਾਈ ਵਿਸ਼ੰਬਰਨਾਥ ਦਾ ਪੁੱਤਰ ਸਾਰੀ ਰਾਤ ਉਸ ਸਿੱਖ ਨੇ ਸੇਵਾ, ਕਦਰਦਾਨ ਨੇ ਜਿਹਨੂੰ ਪਤਾ ਸੀ, ਸਾਰੀ ਰਾਤ ਉਹਨੇ ਸੇਵਾ ਕਰੀ, ਪ੍ਰਸ਼ਾਦਾ ਵਧੀਆ ਛਕਾਇਆ, ਵਧੀਆ ਬਿਸਤਰਾ ਦਿੱਤਾ ਪੈਣ ਵਾਸਤੇ, ਤੇ ਰਾਤ ਨੂੰ ਫਿਰ ਉਹਦੀ ਮੁੱਠੀ ਚਾਪੀ ਵੀ ਕਰੀ। ਤੇ ਪਰ ਦੇਖਦਾ ਸਿੱਖ ਜੀ ਦੇ ਘਰ ਦੇ ਵਿੱਚ ਗਿਆ, ਭਾਈ ਵਿਸ਼ੰਬਰਨਾਥ ਦੇ ਪੁੱਤਰ ਨੂੰ ਵੇਖਦਾ ਬੁਝਿਆ ਬੁਝਿਆ ਪਿਆ, ਆਇਆ ਅਨੰਦਪੁਰ ਸਾਹਿਬ ਤੋਂ ਹੋਵੇ, ਗੁਰੂ ਕੋਲ ਚੱਲ ਕੇ ਆਇਆ ਹੋਵੇ, ਤੇ ਪਰ ਇਹ ਬੁਝਿਆ ਬੁਝਿਆ ਪਿਆ, ਬੋਲਦਾ ਕੁਝ ਹੋਰ ਹੀ ਹੈ। ਸਾਰੀ ਗੱਲ ਪੁੱਛੀ ਕਿਹਦਾ ਪੁੱਤਰ ਹੈ? ਭਾਈ ਵਿਸ਼ੰਬਰਨਾਥ ਦਾ, ਰਾਜਸਥਾਨ ਦੀ ਧਰਤੀ ਤੋਂ। ਅੱਛਾ, ਫਿਰ ਤੇਰਾ ਕਾਰਨ ਕੀ ਹੈ? ਉਹ ਕਹਿਣ ਲੱਗਿਆ ਜੀ ਆਹ ਕਾਰਨ ਹੈ, ਪਿਤਾ ਨੇ ਮਾਇਆ ਦਿੱਤੀ ਤੇ ਗੁਰੂ ਨੇ ਫੜ ਕੇ ਰੱਖ ਲਈ, ਇੱਕ ਕੜਾ ਦੇਤਾ, ਇੱਕ ਪ੍ਰਸ਼ਾਦ ਦੇ ਦਿੱਤਾ, ਇੱਕ ਕਹਿਤਾ ਨਿਹਾਲ ਨਿਹਾਲ ਨਿਹਾਲ, ਖੁਸ਼ੀਆਂ ਦਾ ਬਚਨ ਦੇ ਦਿੱਤਾ। ਉਹ ਤਾਂ ਮੈਨੂੰ ਦੀਂਦਾ ਹੀ ਨਹੀਂ ਕਿਹੋ ਜਿਹਾ ਖੁਸ਼ੀਆਂ ਦਾ ਬਚਨ। ਸਿੱਖ ਨੇ ਕਿਹਾ ਇਹਨੂੰ ਪਤਾ ਨਹੀਂ ਹੈ ਵਿਚਾਰੇ ਨੂੰ ਵੀ ਗੁਰੂ ਦੀਆਂ ਖੁਸ਼ੀਆਂ ਦੇ ਵਿੱਚ ਖੁਸ਼ੀਆਂ ਨੇ। ਜਿਹਨੂੰ ਗੁਰੂ ਨੇ ਖੁਸ਼ੀਆਂ ਦੇ ਦਿੱਤੀਆਂ, ਪਿੱਛੇ ਲੁਕੋ ਕੇ ਕੀ ਰੱਖ ਲਿਆ? ਸਿੱਖ ਨੇ ਕਿਹਾ ਚੱਕ ਮੋਹਰਾਂ, ਸੋਨੇ ਦੀਆਂ ਮੋਹਰਾਂ ਲੈ ਲਾ, ਸਰਫੀਆਂ ਲੈ ਲਾ, ਪੈਸੇ ਲੈ ਲਾ, ਜਿਹੜਾ ਕੁਝ ਮਰਜ਼ੀ ਲੈ ਲਾ, ਪਰ ਇਹ ਸਾਰਾ ਕੁਝ ਮੇਰੀ ਝੋਲੀ ਵਿੱਚ ਪਾ ਦੇ। ਛੱਡ ਚੂੜਾ ਕਹਿ ਮੈਂ ਖੁਸ਼ੀਆਂ ਗੁਰੂ ਦੀਆਂ ਤੈਨੂੰ ਵੇਚਤੀਆਂ, ਦੇ ਦਿੱਤੀਆਂ। ਉਹ ਕਹਿਣ ਲੱਗਿਆ ਲੈ ਲੈ ਜੇ ਚਾਹੇ 10 ਵਾਰੀ ਕਹਾ ਲਾ ਮੈਥੋਂ। ਦੂਜਾ ਪ੍ਰਸ਼ਾਦ ਦੇ ਦਿੱਤਾ, ਤੀਜਾ ਕੜਾ ਦੇ ਦਿੱਤਾ, ਮਰ ਦੇ ਪਾਵਨ ਪਿੱਤਰ ਹਸਤ ਕਮਲਾਂ ਦਾ। ਗਾਹਕ ਨਹੀਂ ਸੀ, ਪਤਾ ਨਹੀਂ ਸੀ, ਉਹ ਕੇਵਲ ਉਸੇ ਮਾਇਆ ਦੇ ਨਾਲ ਦੁਨਿਆਵੀ ਤੌਰ ਤੇ ਜੁੜਿਆ ਹੋਇਆ ਸੀ। ਧੰਨ ਗੁਰੂ ਦੇ ਪਾਵਨ ਪਿੱਤਰ ਬਚਨ ਵੇਚ ਕੇ ਤੇ 1000 ਲੈ ਕੇ ਸੋਨੇ ਦੀ ਮੋਹਰ ਬੜਾ ਖੁਸ਼ ਹੋਇਆ। ਉਹ ਮੇਰੇ ਬਾਪ ਨੇ ਤਾਂ ਮੈਨੂੰ 500 ਹੀ ਦਿੱਤੀ ਸੀ ਤੇ ਮੈਂ 1000 ਰੁਪਈਆ ਮੇਰੇ ਪਿਤਾ ਦੇ ਨਾਲੋਂ ਵੀ ਮੈਨੂੰ ਕਮਲਾ ਸਿੱਖ ਹੋਰ ਮਿਲ ਗਿਆ। ਇਹਨੇ ਮੈਨੂੰ 1000 ਮੋਹਰ ਦਿੱਤੀ, ਰੋਟੀ ਖਵਾਈ, ਰਾਤ ਨੂੰ ਮੈਨੂੰ ਘਰ ਵਿੱਚ ਪਾਇਆ, ਸੁਬਹ ਅੰਮ੍ਰਿਤ ਵੇਲੇ ਫੇਰ ਮੇਰੀ ਟਹਿਲ ਪਾਣੀ ਕੀਤੀ, ਮੈਨੂੰ ਬਸਤਰ ਦੇ ਦਿੱਤੇ, ਕਿੰਨਾ ਕੁਝ ਦੇ ਦਿੱਤਾ। ਮੈਂ ਉਹ ਕੜਾ ਕੀ ਕਰਨਾ ਸੀ? ਸਾਰਾ 5-7 ਰੁਪਈਆਂ ਦਾ ਕੜਾ ਹੋਣਾ, 5-7 ਰੁਪਈਆਂ ਦੀ ਦੇਗ ਹੋਣੀ ਹੈ, ਕੜਾ ਪ੍ਰਸ਼ਾਦ ਦੀ ਦੇੜੀ ਦਿੱਤੀ ਹੈ ਉਹਨਾਂ ਨੇ, ਗੁਰੂ ਜੀ ਨੇ ਸਾਨੂੰ। ਲੈ ਕੇ ਫਿਰ ਕੱਲ੍ਹ ਸੁਣ ਰਹੇ ਸੀ ਆਪ ਜੀ, ਅੱਗੇ ਗਿਆ, ਚਲੋ ਦੁਕਾਨਦਾਰ ਸੀ, ਹਿਸਾਬ ਕਿਤਾਬ ਸੀ, ਕੁਝ ਹੋਰ ਸਮਾਨ ਲਿਆ, ਹੀਰੇ ਲਏ, ਲੈ ਕੇ ਅੱਗੇ ਵੇਚ ਦਿੱਤੇ, ਵੱਧ ਬਟਤ ਲੈ ਕੇ ਤੇ ਅੱਜ ਆਪਣੇ ਘਰ ਭਾਈ ਵਿਸ਼ੰਬਰਨਾਥ ਜੀ ਦੇ ਘਰ ਚਲਿਆ ਗਿਆ। ਉਜੈਨ ਦੀ ਸੰਗਤ ਸੀ, ਹੋਰ ਨਾਲ ਬਹੁਤ ਸੰਗ ਸੀ, ਸਭ ਆਪੋ ਆਪਣੇ ਘਰਾਂ ਨੂੰ ਜਾਂਦੇ ਨੇ। ਤੇ ਜਾਂਦਿਆਂ ਜਾਂਦਿਆਂ ਜਦੋਂ ਆਪਣੇ ਘਰਾਂ ਵਿੱਚ ਪਹੁੰਚੇ ਤੇ ਸੰਗਤ ਨੇ ਟਹਿਲ ਪਾਣੀ ਕੀਤੀ। ਕਿਸੇ ਦੀ ਮਾਤਾ ਗਈ ਹੈ, ਪਿਤਾ ਗਿਆ, ਭੈਣ ਗਈ ਹੈ, ਭਰਾ ਗਿਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਜਿਵੇਂ ਜਿਵੇਂ ਘਰਾਂ ਵਿੱਚ ਜਾਂਦੇ ਨੇ ਸਭ ਦਾ ਮਾਣ ਸਤਿਕਾਰ ਹੋ ਰਿਹਾ ਹੈ। ਉਹ ਧੰਨੋ ਤੁਸੀਂ ਸਿੱਖੋ,
ਅੱਛਾ ਦੱਸੋ ਗੁਰੂ ਜੀ ਦਾ ਕੀ ਹਾਲ ਹੈ? ਗੁਰੂ ਜੀ ਰੰਗਾਂ ਵਿੱਚ ਨੇ। ਗੁਰੂ ਜੀ ਦਾ ਪਰਿਵਾਰ ਕਿਵੇਂ ਹੈ? ਉਹ ਵੀ ਠੀਕ ਠਾਕ ਹੈ, ਰੰਗਾਂ ਵਿੱਚ ਹੈ। ਰੋਜ਼ ਨੇਮ ਹੁੰਦਾ ਉੱਥੇ, ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਦੂਰ ਦੂਰ ਤੋਂ ਸੰਗਤਾਂ ਆ ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੀਆਂ ਹਨ। ਵੇਖ ਕੇ ਬੜੀ ਸੰਗਤ ਸੁਣ ਸੁਣ ਕੇ ਐ ਮਨ ਜਿਹੜਾ ਨਾ ਉਹ ਗਦਗਦ ਹੋ ਗਿਆ। ਅੱਛਾ ਉਹ ਇੰਨੀਆਂ ਰੌਣਕਾਂ ਲੱਗੀਆਂ, ਕਹਿੰਦੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਤਾਂ ਰੌਣਕਾਂ ਹੀ ਰੌਣਕਾਂ ਨੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਉੱਚਾ ਤੇ ਸੁੱਚਾ ਜੀਵਨ ਤੇ ਗੁਰੂ ਜੀ ਦੇ ਚਰਨਾਂ ਤੇ ਜਾ ਕੇ ਸੰਗਤਾਂ ਬਸ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਵੇਖ ਕੇ ਸੰਗਤਾਂ ਸੁਣ ਸੁਣ ਕੇ ਬਚਨ ਇਸ ਤਰ੍ਹਾਂ ਬੜਾ ਖੁਸ਼ ਆਪਣੇ ਆਪ ਨੂੰ ਸੁਭਾਗਾ ਸਮਝਦੀਆਂ ਨੇ। ਭਾਈ ਵਿਸ਼ੰਬਰਨਾਥ ਦਾ ਪੁੱਤਰ ਘਰ ਵਿੱਚ ਪਹੁੰਚਿਆ, ਧਨ ਪਦਾਰਥ ਹੀਰੇ ਜਵਾਹਰਾਤ ਜਾ ਕੇ ਆਪਣੇ ਪਿਤਾ ਅੱਗੇ ਢੇਰੀ ਕਰ ਦਿੱਤੇ। ਉਸ ਪਿਤਾ ਨੇ ਪੁੱਛਿਆ, ਪੁੱਤਰਾ ਦੱਸ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕੀ ਹਾਲ ਹੈ? ਉਹ ਕਹਿੰਦਾ ਹਾਲ ਠੀਕ ਹੈ, ਵਧੀਆ। ਕਿਉਂ? ਕਹਿੰਦਾ ਉਹ ਗੁਰੂ ਆ ਕੋਈ ਉਹ ਇਹੋ ਜਿਹਾ ਜਿਹਦੇ ਕੋਲ ਜਾ ਕੇ ਪੈਸੇ ਮੈਂ ਧਰੇ ਬੇਅਦਬੀ, ਜਿਹੜੇ ਉਹ ਵਿਅਰਥ ਚਲੇ ਗਏ ਮੇਰੇ ਪੈਸੇ ਸਾਰੇ। ਤੇ ਉਸ ਗੁਰੂ ਨੇ ਤਾਂ ਇੱਕ ਥੋੜਾ ਜਿਹਾ ਪ੍ਰਸ਼ਾਦ ਦੇ ਦਿੱਤਾ ਲਿਆ ਕੇ, ਇੱਕ ਮੈਨੂੰ ਲੋਹੇ ਦਾ ਕੜਾ ਜਿਹਾ ਦੇ ਦਿੱਤਾ ਤੇ ਇੱਕ ਕਹਿ ਦਿੱਤਾ, ਸਿੱਖਾ ਤੂੰ ਨਿਹਾਲ ਨਿਹਾਲ ਨਿਹਾਲ। ਉਹ ਆਪਣੇ ਕੀ ਕੰਮ ਹੈ? ਕੜੇ ਆਪਣੇ 20 ਪਏ ਨੇ ਇਹੋ ਜਿਹੇ। ਉਹ ਪ੍ਰਸ਼ਾਦ ਆਪਣੇ ਘਰੇ ਰੋਜ਼ ਬਣਦਾ ਹੈ, ਪਰ ਜਿਹੜਾ ਗੁਰੂ ਦੀ ਕਿਰਪਾ ਦਾ ਪ੍ਰਸ਼ਾਦ ਹੈ ਨਾ, ਉਹ ਕੁਝ ਵੱਖਰਾ ਹੈ। ਉਹ ਪਿਆਰਿਓ, ਕੱਲ ਮੈਂ ਦੱਸਿਆ ਆਪ ਜੀ ਨੂੰ, ਕਿੰਨਿਆਂ ਦੀ ਮੁਕਤੀ ਕਦੀ ਕੜਾ ਪ੍ਰਸ਼ਾਦੀ ਦੇਗ ਨੇ। ਤੇ ਪਰ ਹਾਂ ਜਿਹੜੇ ਭਾਵਨਾ ਅਨੁਸਾਰ ਕੜਾ ਪ੍ਰਸ਼ਾਦੀ ਦੇਗ ਸ਼ਰਧਾ ਤੇ ਭਾਵਨਾ ਦੇ ਅਨੁਸਾਰ ਛਕਦੇ, ਉਹਨਾਂ ਦੇ ਵੇੜੇ ਅੱਜ ਵੀ ਪਾਰ ਹੁੰਦੇ ਨੇ, ਉਹਨਾਂ ਦੇ ਦੁੱਖ ਅਨੇਕਾਂ ਅੱਜ ਵੀ ਕੱਟੇ ਜਾਂਦੇ ਹਨ। ਗੁਰੂ ਜੀ ਤੁਹਾਡੇ ਨਾਲ, ਪਿਤਾ ਜੀ ਤੁਹਾਡੇ ਨਾਲੋਂ ਵੀ ਕੋਈ ਇੱਕ ਹੋਰ ਮੈਨੂੰ ਵੱਡਾ ਮੂਰਖ ਮਿਲ ਗਿਆ ਤੇ ਮੈਂ ਉਹਦੇ ਘਰੇ ਰਾਤ ਰਿਹਾ। ਉਹਨੇ ਵਧੀਆ ਨਵਾਂ ਬਿਸਤਰਾ ਦਿੱਤਾ, ਮੇਰੇ ਚਰਨ ਧੋਤੇ, ਰੋਟੀ ਖਵਾਈ। ਸੁਬਹ ਅੰਮ੍ਰਿਤ ਵੇਲੇ ਮੈਨੂੰ ਨੇ 1000 ਮੋਹਰ ਦੇ ਦਿੱਤੀ ਸੋਨੇ ਦੀ, ਤੇ ਉਹ ਬਚਨ ਸੀ ਜਿਹੜਾ ਮੈਂ ਉਹਨੂੰ ਦੇ ਦਿੱਤਾ, ਵੇਚ ਦਿੱਤਾ। ਜਿਹੜਾ ਕੜਾ ਸੀ ਉਹਨੂੰ ਦੇ ਦਿੱਤਾ, ਪ੍ਰਸ਼ਾਦ ਸੀ ਉਹਨੂੰ ਦੇ ਦਿੱਤਾ, ਵੀ ਸਾਡੇ ਘਰ ਤਾਂ ਵਾਧੂ ਪ੍ਰਸ਼ਾਦ ਬਣਦਾ ਹੈ, ਤੇ ਮੈਂ ਤਾਂ ਉਹਨੂੰ ਦੇ ਆਇਆ। ਤੇ ਪਿਤਾ ਉੱਚੀ ਉੱਚੀ ਰੋਣ ਲੱਗ ਪਿਆ। ਉਹ ਪੁੱਤਰਾ, ਉਹ ਤੈਨੂੰ ਪਤਾ ਨਹੀਂ ਸੀ ਐਡੀ ਬੇਕੀਮਤੀ ਚੀਜ਼ ਜਿਹੜੀ ਤੂੰ ਰਸਤੇ ਵਿੱਚ ਵੇਚ ਆਇਆ, ਜਿਹਦਾ ਕੋਈ ਮੁੱਲ ਹੀ ਨਹੀਂ ਸੀ, ਅਮੁੱਲ ਸੀ। ਤੇ ਉਹ ਭਾਈ ਵਿਸ਼ੰਬਰਨਾਥ ਦੇ ਪੁੱਤਰ ਨੇ ਆਖਿਆ, ਉਹ ਕਿਹੜੀ ਐਸੀ ਅਮੁੱਲ ਚੀਜ਼ ਸੀ? ਉਹ ਗੁਰੂ ਦੀਆਂ ਖੁਸ਼ੀਆਂ ਤਾਂ ਲੱਖਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਐਡੀ ਬੇਕੀਮਤੀ ਚੀਜ਼ ਦਿੱਤੀ ਜਿਹਨੂੰ ਤੈਨੂੰ ਕਦਰ ਨਾ ਆਏ। ਤੇ ਭਾਈ ਵਿਸ਼ੰਬਰਨਾਥ ਦਾ ਪੁੱਤਰ ਹੁਣ ਖੜਾ ਹੱਥ ਬੰਨ ਕੇ, ਪਰ ਉਹਨੂੰ ਪਤਾ ਨਹੀਂ ਸੀ ਵੀ ਇਹ ਐਡੀ ਬੇਕੀਮਤੀ ਚੀਜ਼ ਹੈ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇ ਪਿਤਾ ਸ਼ੁਕਰ ਕਰਦਾ ਹੈ। ਤੇ ਜਿਹੜਾ ਪੁੱਤਰ ਹੈ ਉਹ ਕਹਿਣ ਲੱਗਿਆ, ਕੀ ਗੱਲ ਹੈ, ਮੈਂ ਤੁਹਾਨੂੰ ਹੋਰ ਇਹੋ ਜਿਹੇ 20 ਕੜੇ ਲਿਆ ਦੂੰਗਾ, ਇਹੋ ਜਿਹਾ ਪ੍ਰਸ਼ਾਦ ਲਿਆ ਦੂੰਗਾ ਜਿੱਥੋਂ ਕਹੋ। ਤੇ ਪਿਆਰ ਵਿੱਚ ਆ ਕੇ ਪੁੱਤਰ ਤੇ ਪਿਤਾ ਦੋਨੋਂ ਉਹ ਕਹਿਣ ਲੱਗੇ, ਓਏ ਬੇਕੀਮਤੀ ਚੀਜ਼ ਜਿਹੜੀ ਤੂੰ ਰਸਤੇ ਵਿੱਚ ਵੇਚ ਆਇਆ, ਜਿਹਦੀ ਤੈਨੂੰ ਕਦਰ ਹੀ ਨਹੀਂ ਸੀ, ਉਹ ਕਿੰਨੀ ਕੁ ਲੱਖਾਂ ਖੁਸ਼ੀਆਂ ਸੀ ਉਹਦੇ ਵਿੱਚ, ਲੱਖਾਂ ਖੁਸ਼ੀਆਂ ਤੇ ਲੱਖਾਂ ਹੀ ਪਾਤਸ਼ਾਹੀਆਂ, ਜੇ ਸਤਿਗੁਰ ਮੇਰਾ ਅੰਦਰ ਕਰੇ। ਤੇ ਲੱਖਾਂ ਪਾਤਸ਼ਾਹੀਆਂ, ਜੇ ਸਤਿਗੁਰ ਮੇਰਾ ਨਦਰ ਕਰੇ। ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ, ਸਤਿਗੁਰ ਮੇਰਾ ਨਦਰ ਕਰੇ। ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ, ਸਤਿਗੁਰ ਮੇਰਾ ਨਦਰ ਕਰੇ। ਲੱਖਾਂ ਖੁਸ਼ੀਆਂ ਤੋਂ ਲੱਖਾਂ ਪਾਤਸ਼ਾਹੀਆਂ, ਲੱਖਾਂ ਦੀ ਪਾਤਸ਼ਾਹੀਆਂ, ਸਤਿਗੁਰ ਮੇਰਾ
न दूर करे। लखा पातशाहियां सतगुर मेरा न दूर करे। लखा खुशियाँ लखाई बादशाहियां सतगुर मेरा न दूर करे। लखा खुशियाँ लखा बादशाहियां सतगुर मेरा न दूर करे। ਓਏ ਮੂਰਖਾ ਤੈਨੂੰ ਤਾਂ ਗੁਰੂ ਦੇ ਬਚਨਾਂ ਦਾ ਪਤਾ ਹੀ ਨਹੀਂ ਹੈ। ਮੈਨੂੰ ਤਾਂ ਇਹ ਸੀ ਵੀ ਚੱਲ ਮੈਂ ਐਤਕੀ ਨਹੀਂ ਜਾਂਦਾ, ਆਪਣੇ ਪੁੱਤਰ ਨੂੰ ਭੇਜ ਦਿੰਦਾ, ਇਹਨੂੰ ਹੌਲੀ ਹੌਲੀ ਲੱਗਣ ਲੱਗ ਜੂ, ਤੂੰ ਤਾਂ ਜਮੇ ਸਿਰੇ ਦਾ ਮੂਰਖ ਨਿਕਲਿਆ। ਫਿਰ ਅਗਲੀ ਗੱਲ ਕਹੀ, ਉਹ ਗੁਰੂ ਤਖਤ ਤੇ ਬੈਠਾ ਸੀ, ਇੱਕ ਹੱਥ ਵਿੱਚ ਬਟੇਰਾ ਫੜਿਆ ਹੋਇਆ ਸੀ, ਇੱਕ ਵਿੱਚ ਬਾਜ ਫੜਿਆ ਹੋਇਆ ਸੀ। ਉਸ ਬਾਜ ਨੂੰ ਜਿਹੜਾ ਮਾਸ ਖਵਾ ਰਿਹਾ ਸੀ ਗੁਰੂ ਬਟੇਰੇ ਦਾ, ਤੇ ਫਿਰ ਉਸ ਪਿਤਾ ਨੇ ਕਿਹਾ ਇਹ ਤਾਂ ਗੁਰੂ ਦਾ ਕੋਈ ਕੌਤਕ ਸੀ। ਕੌਤਕ ਕੀ, ਉਹ ਜਿਹੜਾ ਬਾਜ ਸੀ ਪੁਰਾਣੇ ਸਮੇਂ ਵਿੱਚ ਸਿੱਖ ਸੀ, ਉੱਧਰੋਂ ਬਟੇਰਾ ਵੀ ਸਿੱਖ ਸੀ। ਉਹਨਾਂ ਨੇ ਆਪਸ ਵਿੱਚ ਕੋਈ ਪੈਸੇ ਦਾ ਲੈਣ ਦੇਣ ਕਰ ਲਿਆ ਤੇ ਜਾਮਣ ਬਣਾ ਲਿਆ ਵਿੱਚ ਗੁਰੂ ਨੂੰ ਵੀ ਆਹ ਪੈਸੇ ਮੈਂ ਤੁਹਾਨੂੰ ਦਿੰਦਾ ਹੈ, ਜਦੋਂ ਕਿਤੇ ਮੈਨੂੰ ਲੋੜ ਹੋਈ ਮੈਂ ਤੁਹਾਡੇ ਤੋਂ ਪੈਸੇ ਲੈ ਲੂੰਗਾ, ਮੇਰੇ ਪੈਸੇ ਸਾਂਭ ਕੇ ਰੱਖ ਲੈ। ਸ਼ਾਹੂਕਾਰ ਸੀ, ਠੀਕ ਹੈ। ਤੇ ਉਹ ਕਿਤੇ ਪੈਸੇ ਰੱਖ ਕੇ ਭੁੱਲ ਗਿਆ, ਉਹਨਾਂ ਨੇ ਜਾਮਣ ਵਿੱਚ ਗੁਰੂ ਨੂੰ ਬਣਾ ਲਿਆ ਵੀ ਆਪਣਾ ਜਾਮਣ ਗੁਰੂ ਹੈ। ਗੁਰੂ ਆਪਣੇ ਤੈਨੂੰ ਵੀ ਜਾਣਦਾ ਹੈ ਤੇ ਮੈਨੂੰ ਵੀ ਜਾਣਦਾ। ਉਹ ਕਹਿਣ ਲੱਗਿਆ ਠੀਕ ਹੈ। ਵਕਤੇ ਅਖੀਰ ਉਹ ਜਿਹੜਾ ਪੈਸੇ ਧਰ ਕੇ ਕਿਤੇ ਸਿੱਖ ਭੁੱਲ ਗਿਆ, ਉਹ ਪੈਸੇ ਨਾ ਮਿਲੇ ਤੇ ਜਾ ਕੇ ਦੂਸਰੇ ਸਿੱਖ ਨੇ ਮੰਗੇ ਵੀ ਮੇਰੇ ਪੈਸੇ ਦਿਓ। ਕਹਿਣ ਲੱਗਿਆ ਕਿਤੇ ਲਿਖੇ ਤਾਂ ਤੇਰੇ ਪੈਸੇ ਹੈ ਨਹੀਂ, ਤੂੰ ਮੈਨੂੰ ਪੈਸੇ ਦੇ ਕੇ ਨਹੀਂ ਗਿਆ। ਉਹ ਕਹਿੰਦਾ ਮੇਰਾ ਗੁਰੂ ਜਾਮਣ ਵਿੱਚ, ਤੇ ਗੁਰੂ ਜਾਮਣ ਸੀ। ਸਿੱਖ ਨੇ ਪੈਸੇ ਜਦੋਂ ਨਾ ਮੋੜੇ ਤੇ ਮਹਾਰਾਜ ਜੀ ਕਹਿਣ ਲੱਗੇ ਮੈਂ ਵਿੱਚ ਜਾਮਣ ਸੀ। ਤੇ ਇਹਦੀ ਬਾਬਤ ਲਿਖਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰ ਜਾ ਮੁਰਦਾਰ ਨਾ ਖਾਏ। ਕਹਿੰਦੇ ਇਹ ਤਾਂ ਗੁਰੂ ਹਿਸਾਬ ਕਿਤਾਬ ਚੁਕਾ ਰਿਹਾ ਸੀ ਉਹਨਾਂ ਦਾ। ਇਸ ਕਰਕੇ ਸਿੱਖਾ ਤੇਰੇ ਮਨ ਵਿੱਚ ਸ਼ੰਕਾ ਨਹੀਂ ਹੋਣੀ ਚਾਹੀਦੀ। ਜਦੋਂ ਗੁਰੂ ਦੇ ਪ੍ਰਤੀ ਮਨ ਵਿੱਚ ਸ਼ੰਕਾ ਆ ਜਾਵੇ ਫਿਰ ਕੁਝ ਪ੍ਰਾਪਤ ਨਹੀਂ ਹੁੰਦਾ। ਜੇ ਸ਼ੰਕਾ ਨਹੀਂ ਹੈ ਨਾ, ਫਿਰ ਗੁਰੂ ਕੋਲੋਂ ਸਭ ਕੁਝ ਪ੍ਰਾਪਤ ਹੋ ਜਾਂਦਾ। ਉਹ ਪਿਆਰੇ, ਬਸ ਫਿਰ ਭਾਈ ਵਿਸੰਬਰਨਾਥ ਬੜਾ ਪਛਤਾਉਂਦਾ ਹੈ। ਇਸ ਤਰ੍ਹਾਂ ਪਛਤਾਉਂਦਾ ਹੈ ਜਿਵੇਂ ਕੋਈ ਬਾਹਲੀ ਵੱਡੀ ਚੀਜ਼ ਉਹਦੀ ਖੁੱਸ ਗਈ ਹੋਵੇ। ਤੇ ਬਸ ਫਿਰ ਇਸ ਤਰ੍ਹਾਂ ਹੱਥ ਮਾਰਦਾ ਹੈ। ਹੁਣ ਕੀ ਕਰਿਆ ਜਾਵੇ? ਉਹ ਗੁਰੂ ਖੁਸ਼ੀਆਂ ਇੱਕ ਵਾਰੀ ਦਿੰਦਾ, ਬਾਰ-ਬਾਰ ਨਹੀਂ ਦਿੰਦਾ। ਓਏ ਭੋਲਿਆ, ਓਏ ਤੂੰ ਤਾਂ ਰਸਤੇ ਦੇ ਵਿੱਚ ਹੀ ਐਡੇ ਬੇਕੀਮਤੀ ਲਾਲ ਸੀ ਜਿਹੜੇ ਉਹ ਰਸਤੇ ਦੇ ਵਿੱਚ ਹੀ ਸੁੱਟ ਕੇ ਮੁੜਾਇਆ। ਜਿਵੇਂ ਆਪਾਂ ਪਿੱਛੇ ਧਾਰਨਾ ਸਾਂਝੀ ਕੀਤੀ ਸੀ, ਭਾਈ ਵਿਸੰਬਰਨਾਥ ਤੇ ਕਹਿ ਰਿਹਾ ਉਹ ਤੂੰ ਤਾਂ ਇਸ ਤਰ੍ਹਾਂ ਕਰ ਆਇਆ, ਕਿਵੇਂ? ਤੈਨੂੰ ਤਾਂ ਲੱਭਣੇ ਨੀ ਲਾਲ ਗਵਾਚੇ ਬਈ ਕਾਨੂੰ ਮਿੱਟੀ ਹੋ ਗਿਆ। ਲੱਭਣੇ ਨੀ ਲਾਲ ਗਵਾਚੇ ਕਾਨੂੰ ਮਿੱਟੀ ਬੋਲੇ ਜੋਗੀ। ਉਹ ਤੈਨੂੰ ਲੱਭਣੇ ਨੀ ਲਾਲ ਗਵਾਚੇ ਕਾਨੂੰ ਮਿੱਟੀ ਬੋਲੇ ਜੀ। ਤੈਨੂੰ ਲੱਭਣੇ ਨੀ ਲਾਲ ਗਵਾਚੇ ਕਾਨੂੰ ਮਿੱਟੀ ਬੋਲੇ ਜੋਗੀਆ। ਲੱਭਣੇ ਨੀ ਲਾਲ ਗਵਾਚੇ ਬਈ ਕਾਨੂੰ ਮਿੱਟੀ ਬੋਲੇ ਜੋਗੀਆ। ਲੱਭਣੇ ਨੀ ਲਾਲ ਗਵਾਚੇ ਕਾਨੂੰ ਮਿੱਟੀ ਬੋਲੇ ਜੋਗੀਆ। ਇਹਨੂੰ ਲੱਭਣੇ ਨੀ ਲਾਲ ਗਵਾਚੇ ਕਾਨੂੰ ਮਿੱਟੀ ਬੋਲੇ ਜੋਗੀਆ। ਲੱਭਣੇ ਨੀ ਲਾਲ ਗਵਾਚੇ
मिटी बोले जोगिया। बस बाज कहते आ पछताए क्या हुआ जब चिड़िया चुगी खेत। जिन्हों ਨੂੰ ਗੁਰੂ ਦੇ ਬਚਨਾਂ ਦਾ ਅੰਮ੍ਰਿਤ ਵੇਲੇ ਦੀ ਮਹਾਨਤਾ ਦਾ ਪਤਾ ਵਾ ਕਿ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾਉਂਦੇ ਹਨ। ਮਹਾਰਾਜ ਇਸੇ ਤਰ੍ਹਾਂ ਹੀ ਸੰਗਤ ਬਣਾਈ ਰੱਖੇ। ਸਰਵ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਰਾਮਕਲੀ ਮਾਲਾ ਤੀਜਾ ਨਾ ਦੇ ਓੰਕਾਰ ਸਤਿਗੁਰ ਪ੍ਰਸਾਦ ਜੀ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗਰ ਤਨ ਪਰਵਾਰ ਪਨੀਆ ਦੁਗਾਵਣੀਆਂ ਆਈਆਂ ताजा वो हरि करा मन जिने बसाया। ਨਾਨਕ ਨੰਦ ਸਤਿਗੁਰੂ ਮੈਂ ਪਾਇਆ। मन मेरे दूध दारो हर नाले। ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ। अंगीकारो करे तेरा कारज सब सुवारना। ਸਮਰੱਥ ਸੁਆਮੀ ਸੁਖ ਮਨੋ ਵਿਸਾਰੇ। नानक मन मेरे सदारो हर नाले। ਸਾਚੇ ਸਾਹਿਬਾ ਕਿਆ ਨਹੀਂ ਕਰਤੇ करता ਰਹਿ। तेरे सब कुछ है जिसे सो पावे। ਤਾਰੀਫ ਸਲਾਹ ਤੇਰੀ ਨਾਮ ਮਨ ਵਸਾਵੇ। नाम सिर गए मन बसिया बाते लब तक नेरे। ਕਹਿ ਨਾਨਕ ਤੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। मेरा आधारो साच नाम आधार मेरा जिन भुखा सब गवाइया। ਹਰ ਜਾਂ ਸੁਖ ਮਨੇ ਵਸਿਆ ਤੇਰੀ ਇੱਛਾ ਸਭ ਪੁਜਾਈਆਂ। सदा कुर्बान किता और विटो जितियां पटियाइया। ਕਹਿ ਨਾਨਕ ਸੁਣੋ ਸਤੋ ਸ਼ਬਦ ਧਰੋ ਪਿਆਰੋ ਸੱਚਾ। नाम मेरा आधारो आजे पंच शब्द नित करत भागै। ਹਰਜ ਬਾਗਾ ਸ਼ਬਦ ਵਾਜੇ ਭਲਾ ਜਿਤ ਕਰਤਾਰੀਆ। पंच दूत तुझ वास्ते कीते काल कंठ तुम्हारिया। ਕਰਮ ਪਾਇਆ ਤੁਧ ਜਿਨ ਕੋ ਬਿਨਾ ਮਰ ਕੇ ਲਾਗੇ। नानक तै सुख आदित कर आनंद वंदे। ਆਨੰਦ ਸਰੋਪੜ ਬਾਕੀਓ ਸਦਮੁਰ ਬਪੂਰੇ। बार में प्रभ पाया तेरे सगल विसूरे। ਰੂਪ ਰੂਪ ਸੱਤਾ ਬਿਸਰੇ ਸੁਣੀ ਸੱਚੀ ਬਾਣੀ। संत साधन मेरे दर्दे पूरे गुरते जानी। ਹੁਣ ਤੇ ਪਨੀਤ ਕਹਤੇ ਭਗਤ ਸਤਿਗੁਰ ਆ ਭਰਪੂਰੇ। बंद नानक गुर चरण लागे बाजे हद तूरे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। वाहिगुरु जी का खालसा वाहिगुरु जी की फतेह। ਦੇ ਅੱਗੇ